Sir, good afternoon. Okay, ji, all the students, good afternoon. Uh, Today again, I am going to teach you the subject of CS. Yesterday, we were making discussions on frequency characteristics of radio receivers. We discussed selectivity, sensitivity, and high fidelity. We were also talking about image frequency and its rejection. Even though I was going through quickly, but I could not make it due to the shortage of the time. So today I will discuss this image frequency and its rejection, another frequency, another performance characteristics of radio receiver. Okay. Now, what is image frequency and how we can reject it? And what are the various methods through which we can reject the image frequency and how it adversely affect the performance of the radio receiver. Okay, when you are switching on the radio receiver while listening the news or some music, you are not enjoying, so it is because of the image frequency. It should be rejected. Now let us see the various methodology how it can be. Okay, in the broadcast AM receivers, the local oscillator frequency is higher than the incoming signal frequency by IF. ਦੇਖੋ ਜਿਹੜਾ ਰੇਡੀਓ ਰਿਸੀਵਰ ਹੈ, ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਜਿਵੇਂ ਸੁਪਰ ਹੀਟਰੋਡਾਈਨ ਰੇਡੀਓ ਰਿਸੀਵਰ ਦੀ ਆਪਾਂ ਐਗਜ਼ਾਮਪਲ ਲੈਂਦੇ, ਇਨਕਮਿੰਗ ਸਿਗਨਲ ਨੂੰ ਲੋਕਲ ਆਸੀਲੇਟਰ ਵਿੱਚੋਂ ਕਟਵਾ ਕੇ ਅਸੀਂ IF ਪ੍ਰੋਡਿਊਸ ਕਰਦੇ ਹਾਂ, ਜਾਂ ਜਿੰਨੀ IF ਪ੍ਰੋਡਿਊਸ ਕਰਨੀ ਹੈ ਉਹ ਇਨਕਮਿੰਗ ਸਿਗਨਲ 'ਚ ਐਡ ਕਰ ਦਿਓ। ਠੀਕ ਹੈ, ਉਨੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਜਨਰੇਟ ਹੋ ਜਾਏਗੀ। ਦੇਖਿਆ ਨਾ, ਆ ਦੇਖੋ ਇਨਕਮਿੰਗ ਸਿਗਨਲ FS ਹੈ ਤੇ IF ਜਿਹੜੀ ਆ ਉਹ ਸਟੈਂਡਰਡ ਹੈ, ਜਿਵੇਂ 455। ਜੇ ਦੋਨਾਂ ਨੂੰ ਤੁਸੀਂ ਐਡ ਕਰੋਗੇ ਇੰਨੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਜਨਰੇਟ ਕਰਨੀ ਪੈਣੀ। ਇੱਥੋਂ IF ਕੱਢ ਲਓਗੇ ਤਾਂ FS ਵਿੱਚੋਂ ਘਟ ਗਈ। ਠੀਕ ਹੈ, ਇਹ ਤਾਂ ਸਟੈਂਡਰਡ ਹੈ। ਇਫ ਟੂ, ਉਹਨੇ ਇੱਕ ਐਗਜ਼ਾਮਪਲ ਦਿੱਤੀ, ਅਗਰ ਦੋ ਫ੍ਰੀਕੁਐਂਸੀ ਕੰਪੋਨੈਂਟ ਜਿਵੇਂ F1 ਤੇ F2 ਆ, ਇਹ ਆਪਾਂ ਮਿਕਸਰ ਵਿੱਚ ਮਿਕਸ ਕਰਨੇ ਆ। ਠੀਕ ਹੈ, ਤੇ ਮਿਕਸਰ ਨੇ ਜਿਹੜੀਆਂ ਆਊਟਪੁੱਟ ਕੱਢਣੀਆਂ ਉਹ ਇਸ ਤਰ੍ਹਾਂ ਦੀਆਂ ਹੋਣਗੀਆਂ, ਜਦ ਕਿ ਜਿੱਥੇ ਇੱਥੇ F1 F2 ਤੋਂ ਵੱਡੀ ਆ, ਉਹ ਕਿੱਦਾਂ ਦੀਆਂ ਕੱਢੂਗਾ ਮਿਕਸਰ? ਚਾਰ ਆਊਟਪੁੱਟ, ਇੱਕ ਤਾਂ F1 ਕੱਲੀ ਕੱਢੂ, F2 ਵੀ ਕੱਲੀ ਕੱਢੂ, ਇੱਕ ਦੋਨਾਂ ਦਾ ਡਿਫਰੈਂਸ ਕੱਢੂ, ਇੱਕ ਦੋਨਾਂ ਦਾ ਸਮ ਕੱਢੂ। ਜਿਹੜਾ ਅਸੀਂ ਡਿਫਰੈਂਸ ਆ ਉਹ ਸਿਲੈਕਟ ਕਰਨਾ ਨਾ। ਸਿਲੈਕਟ ਕਿਹਨੇ ਕਰਨਾ? ਜਿਹੜਾ ਮਿਕਸਰ ਦੇ ਵਿੱਚ ਟਿਊਨਡ ਸਰਕਟ ਲੱਗਾ, ਆ ਦੇਖੋ, ਉਹਨੇ ਇਸ ਫ੍ਰੀਕੁਐਂਸੀ ਨੂੰ ਟਿਊਨ ਕਰ ਲੈਣਾ, ਮਿਕਸਰ ਨੇ ਇਹਨੂੰ ਕੱਢ ਦੇਣਾ। ਇਹਨੂੰ ਕਹਿੰਦੇ IF। ਪਤਾ ਲੱਗ ਗਿਆ? ਹੁਣ ਅਸੀਂ ਅਜ਼ਿਊਮ ਕਰਕੇ ਮੰਨ ਕੇ ਚੱਲਦੇ ਹਾਂ ਵੀ ਜਿਹੜੀ, ਲੈਟ ਅਸ ਅਜ਼ਿਊਮ ਦਾ ਲੋਕਲ ਆਸੀਲੇਟਰ ਜਿਹੜੀ ਫ੍ਰੀਕੁਐਂਸੀ ਅਸੀਂ F0 ਤੇ ਸੈੱਟ ਕੀਤੀ ਆ। ਹੁਣ ਮੰਨ ਲਓ ਜਿਹੜੀ ਇਮੇਜ ਫ੍ਰੀਕੁਐਂਸੀ ਆ ਉਹ ਜਿਹੜੀ ਅਨਵਾਂਟਡ ਹੈ। ਅਗਰ ਅਨਵਾਂਟਡ ਸਿਗਨਲ ਫ੍ਰੀਕੁਐਂਸੀ ਜਿਹੜੀ ਆ, ਅਨਵਾਂਟਡ ਸਿਗਨਲ ਐਟ ਫ੍ਰੀਕੁਐਂਸੀ, ਉਹਨੇ FSI ਕਹਿਤਾ ਹੈਗਾ। FS ਮੀਨਸ ਸਿਗਨਲ ਫ੍ਰੀਕੁਐਂਸੀ, I ਮੀਨਸ ਜਿਹੜਾ ਉਹ ਮਤਲਬ ਅਨਵਾਂਟਡ ਆ, ਜਾਂ ਇਹ ਕਹਿ ਲਈਏ ਵੀ ਉਹ ਇਮੇਜ ਫ੍ਰੀਕੁਐਂਸੀ ਕਰਕੇ ਆ। ਤੋ FSI ਕੀ ਆ? ਲੋਕਲ ਆਸੀਲੇਟਰ ਦੇ ਵਿੱਚ ਜਿਹੜੀ ਆ ਇਹ IF ਐਡ ਹੋ ਜਾਂਦੀ, ਜਾਂ ਠੀਕ ਆ IF ਇਹਦੇ ਵਿੱਚੋਂ ਘਟਾ ਲਈਏ ਤਾਂ ਉਨੀ ਸਾਨੂੰ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਜਨਰੇਟ ਕਰਨੀ ਪੈਣੀ। तो this unwanted frequency managed to reach at the input of the mixer along with the desired। ਹੁਣ ਇਹ ਵੀ ਅਨਵਾਂਟਡ, ਦੇਖੋ ਡਿਜ਼ਾਇਰਡ ਨੇ ਤਾਂ ਆਉਣਾ ਹੀ ਆਉਣਾ ਮਿਕਸਰ ਦੇ ਇਨਪੁਟ ਤੇ, ਇਹਦੇ ਨਾਲ ਅਨਡਿਜ਼ਾਇਰਡ ਵੀ ਆ ਜਾਂਦੀ ਆ। ਠੀਕ ਹੈ, ਤਾਂ ਫਿਰ ਜੇ ਅਨਡਿਜ਼ਾਇਰਡ ਆ ਜਾਂਦੀ ਆ, ਫਿਰ ਮਿਕਸਰ ਜਿਹੜਾ ਆਊਟਪੁੱਟ, ਉਹਦੀ ਆਊਟਪੁੱਟ ਹੈ ਉਹ ਵੀ ਫਿਰ ਚਾਰ ਫ੍ਰੀਕੁਐਂਸੀ ਕੰਪੋਨੈਂਟ ਕੱਢਦਾ ਇਹਦੇ ਕੋਰਸਪੋਂਡਿੰਗ। ਕਿਵੇਂ? ਠੀਕ ਹੈ, ਆ ਦੇਖੋ, ਇੱਕ ਤਾਂ ਇਹੀ ਕੱਢੂ ਅਨਵਾਂਟਡ, ਇੱਕ ਲੋਕਲ ਆਸੀਲੇਟਰ ਵਾਲੀ ਕੱਢ ਦੇਣੀ ਆ, ਇੱਕ ਦੋਨਾਂ ਦਾ ਸਮ ਕੱਢ ਦੇਣਾ, ਇੱਕ ਦੋਨਾਂ ਦਾ ਡਿਫਰੈਂਸ ਕੱਢ ਦੇਣਾ, ਇੱਕ ਦੋਨਾਂ ਦਾ ਡਿਫਰੈਂਸ ਕੱਢ ਦੇਣਾ। ਤੇ ਜਿਹੜੀ FSI ਆ ਉਹ ਆਪਾਂ ਪਹਿਲਾਂ ਕੱਢਿਆ, ਦੇਖ ਉਹ ਉੱਪਰ FSI ਆ ਜਿਹੜੀ, ਆ ਦੇਖ, ਇਹਦੇ ਵਿੱਚ FSI ਜਿਹੜੀ ਆ ਉਹ F0 ਪਲੱਸ IF ਆ। ਇੱਥੇ FSI ਲਿਖਿਆ, ਅਸਲ 'ਚ IF ਲਿਖਣਾ, ਮੈਂ ਇਹਨੂੰ ਕਰੈਕਟ ਕੀਤਾ ਸੀ। ਆ ਦੇਖੋ, ਪਤਾ ਲੱਗਿਆ? ਜਿਹੜੀ ਅਨਵਾਂਟਡ ਫ੍ਰੀਕੁਐਂਸੀ ਆ ਉਹ ਲੋਕਲ ਆਸੀਲੇਟਰ ਪਲੱਸ IF, ਜਾਂ ਇਹਦੇ ਵਿੱਚੋਂ IF ਘਟਾ ਦਿਓ, ਉਨੀ F0 ਕੱਢ ਜੂਗੀ। ਸਾਨੂੰ ਲੋਕਲ ਆਸੀਲੇਟਰ ਨੂੰ ਉਸ ਫ੍ਰੀਕੁਐਂਸੀ 'ਤੇ ਟਿਊਨ ਕਰਨਾ ਪਊਗਾ। ਹੁਣ ਇਹਦੇ ਕੋਰਸਪੋਂਡਿੰਗ ਚਾਰ ਕੰਪੋਨੈਂਟ ਹੋਰ ਆ ਗਏ। ਜਿੱਦਾਂ ਹੁਣ ਤੁਸੀਂ ਸਪੋਜ਼ ਜਿਹੜੀ ਪਹਿਲੀ FSI ਆ, ਠੀਕ ਹੈ, ਇਹਦੇ ਉਹਨੇ ਕੀ ਕੀਤਾ, ਦੇਖੋ F0 ਕੱਢ ਦਿੱਤੀ, ਯੈਸ F0 ਕੱਢ ਦਿੱਤੀ। ਇਹਦੇ ਵਿੱਚੋਂ FSI IF ਚਾਰ ਫ੍ਰੀਕੁਐਂਸੀ ਕੱਢਣੀ ਆ।
ਪਹਿਲੀ ਦੇ ਕੋਰਸਪੋਂਡਿੰਗ ਇਹਦੇ ਵਿੱਚ ਜੇ ਆਪਾਂ ਪੁੱਟ ਕਰੀਏ ਇਹਦੇ ਵਿੱਚ FSI ਉਹਨੇ ਇੱਥੇ F0 ਪਲੱਸ IF ਆ ਬੇਟੇ, FS ਇਹਦੇ ਵਿੱਚ ਪੁੱਟ ਕਰ ਦਿਓ ਇਹਦੇ ਵਿੱਚ। ਤੇ ਜੇ FSI ਇੱਥੇ ਸਾਡੀ ਦੇਖੋ ਇੱਕ ਕੰਪੋਨੈਂਟ ਸਾਡਾ 2IF ਆ ਜਾਊਗਾ। ਦੇਖੋ ਜੇ ਆਪਾਂ ਐਸੇ ਨੂੰ FSI ਨੂੰ ਆਹ ਫ੍ਰੀਕੁਐਂਸੀ ਨੂੰ F0 ਪਲੱਸ IF ਨੂੰ ਇਹ 'ਚ ਪੁੱਟ ਕਰਦੇ ਆ, ਇੱਥੇ F0 F0 2F ਬਣ ਜਾਏਗਾ ਤੇ ਇਹਦੇ ਵਿੱਚ ਪਲੱਸ IF ਆ ਜਾਊਗਾ। F0 ਦੀ ਵੈਲਿਊ ਜਿਹੜੀ ਆ F0 ਤੇ FSI ਜਿਹੜੀ ਆ ਵੈਲਿਊ ਆ, ਜਦੋਂ ਆਪਾਂ ਇਹਨੂੰ ਇਹਦੇ ਵਿੱਚ ਪੁੱਟ ਕਰਦੇ ਆ ਇਹ ਤਾਂ 19 ਆ ਗਈ F0 ਪਲੱਸ IF। ਤੇ ਜਦੋਂ F0 ਦੀ ਵੈਲਿਊ ਇਹਦੇ ਕੋਰਸਪੋਂਡਿੰਗ ਕੀ ਕੱਢੂਗਾ ਇਹ, ਇਹਦੇ ਕੋਰਸਪੋਂਡਿੰਗ ਜਿਹੜਾ ਕੰਪੋਨੈਂਟ 4 ਫ੍ਰੀਕੁਐਂਸੀ ਕੰਪੋਨੈਂਟ ਕੱਢਨੇ ਆ, ਕਿਸ ਤਰੀਕੇ ਨਾਲ ਕੱਢੇ ਉਹਨੇ, ਇੱਕ ਮਿੰਟ। F1 F wait then mixer output consists of the 4 frequency components corresponding to FSI। yes FSI ਦੇ corresponding ਇਹਨੇ 4 ਕੰਪੋਨੈਂਟ ਕੱਢ ਦੇਣੇ FSI ਦੇ ਅਗੇਂਸਟ। ਇੱਕ ਤਾਂ ਇਕੱਲਾ ਹੀ ਇਹ ਕੱਢੂ FSI, ਦੂਜਾ F0 ਕੱਢੂ, ਤੀਜਾ ਇਹਨਾਂ ਦਾ ਸਮ ਤੇ ਚੌਥਾ ਇਹਨਾਂ ਦਾ ਡਿਫਰੈਂਸ। ਅੱਛਾ, ਜਦ ਕਿ ਜਿਹੜਾ FSI ਕੱਲੀ ਆ ਉਹ ਉੱਪਰ ਆ, F0 ਪਲੱਸ IF, ਇੱਥੇ IF ਆਉਣਾ। ਠੀਕ ਹੈ, ਹੁਣ ਜੇ ਤੁਸੀਂ ਹੈ ਨਾ ਜਿੱਥੇ ਵੀ ਇਹਨਾਂ ਦੇ ਵਿੱਚ ਪੁੱਟ ਕਰੋਗੇ, ਇਹਨਾਂ ਦੇ ਵਿੱਚ ਪੁੱਟ ਕਰੋਗੇ ਕੱਲੀ FSI ਤਾਂ ਇੰਨੀ ਆ ਗਈ F0 ਪਲੱਸ IF। ਠੀਕ ਹੈ, ਜੇ ਮੈਂ ਉੱਥੋਂ FSI ਪਲੱਸ F0 ਦੇ ਕੋਰਸਪੋਂਡਿੰਗ ਕੀ ਆਊਗਾ, ਇੱਥੇ FSI ਦੀ ਵੈਲਿਊ ਪੁੱਟ ਕਰ ਦਿਓ ਇਹਦੇ ਵਿੱਚ ਪੁੱਟ ਕਰ ਦਿਓ, ਉਹ ਹੈਗੀ FSI ਪਲੱਸ F0। F0 2F ਬਣ ਗਿਆ। ਇਹ ਕਿੱਦਾਂ ਕੱਢੇ ਬਈ 4 ਕੰਪੋਨੈਂਟ, ਵੇਟ ਮੈਂ ਪਹਿਲਾਂ ਕੈਲਕੂਲੇਟ ਕੀਤਾ ਸੀ ਸਵੇਰੇ। ਇਹਦੇ ਕੋਰਸਪੋਂਡਿੰਗ 4 ਕੰਪੋਨੈਂਟ ਨਿਕਲੇ। ਤੇ ਜੇ ਆਪਾਂ ਲਾਸਟ ਵਿੱਚ ਪੁੱਟ ਕਰਦੇ ਆ, ਸਪੋਜ਼ ਇੱਥੇ ਪੁੱਟ ਕਰਦੇ ਆ FSI ਮਾਈਨਸ F0, ਆਹੀ ਵੈਲਿਊ ਇੱਥੇ ਪੁੱਟ ਕਰ ਦਿਓ, ਇਹ ਮਾਈਨਸ ਆ ਦੋਨੋਂ ਕਿਤੇ F0 ਕੱਟ ਜਾਏਗਾ ਤੇ ਕੱਲਾ IF ਆ ਜਾਏਗਾ, ਕੱਲੀ IF ਇੱਥੇ ਆ ਗਈ। ਤੇ ਇਹ ਵੈਲਿਊ ਜੇ ਅਸੀਂ ਇਹਦੇ ਵਿੱਚ ਪੁੱਟ ਕਰਦੇ ਤਾਂ ਸਾਡੀ ਇਹ ਆ ਜਾਊ, 2 ਕੰਪੋਨੈਂਟ ਦਾ ਖੇਲ ਆ ਗਿਆ। ਤੇ ਕੱਲੀ FSI F0 ਪਲੱਸ IF ਦੇ ਬਰਾਬਰ, F0 ਕੱਲੀ ਕੋਰਸਪੋਂਡਿੰਗ F0 ਦੇ ਕੋਰਸਪੋਂਡਿੰਗ ਹੀ ਰਹਿ ਗਈ। ਠੀਕ ਹੈ, ਜਾਨੀ ਆਹ 4 ਫ੍ਰੀਕੁਐਂਸੀ ਕੰਪੋਨੈਂਟ ਆਉਣੇ ਆ। ਇਹਦੇ ਵਿੱਚ ਜਿਹੜਾ ਲਾਸਟ ਕੰਪੋਨੈਂਟ ਆ IF, where the last component at IF is the difference between FSI and F0। ਉਹੀ ਆ ਦੇਖਣਾ, ਜੇ F0 ਇੱਧਰ ਨੂੰ ਲੈ ਜਾਈਏ ਤਾਂ ਕੱਲੀ IF ਰਹਿ ਜਾਊਗੀ। FSI ਦੇ ਵਿੱਚੋਂ F0 ਘਟਾ ਦਈਏ ਤਾਂ IF ਰਹਿ ਜਾਣੀ। तो आ जी FSI माइनस F0 ये कली IF बन गई। ठीक है, दिस कंपोनेंट विल आल्सो बी एम्पलीफाइड बाय द IF एम्पलीफायर अलॉन्ग विद द डिजायर्ड सिग्नल एट FS। अच्छा, ये जड़ा कंपोनेंट है FSI माइनस F0 जड़ा IF के बराबर है, ये कंपोनेंट भी जड़ा IF एम्पलीफायर आ उन्हें उन्होंने एम्पलीफाई कर देना किहदे नाल, डिजायर्ड सिग्नल के नाल। मतलब डिजायर्ड सिग्नल जो FS है उन्होंने तो एम्पलीफाई करना ही करना, पर नाल IF नूं भी कर दिंदा जिहड़ा IF एम्पलीफायर ने वो कंपोनेंट नूं दिता जिहड़ा डिफरेंस आया। सो जिहदे करके इंटरफीरेंस क्रिएट हो जाएगी। दिस विल क्रिएट एन इंटरफीरेंस बिकॉज बोथ स्टेशंस कॉरस्पॉन्डिंग टू कैरियर फ्रीक्वेंसी FS एंड FSI विल बी ट्यून्ड एट द सेम पोजीशन। क्यों इंटरफीरेंस आएगी? क्योंकि कैरियर फ्रीक्वेंसी एक स्टेशन की FS है, दूजे की FSI आ, दोनों के कॉरस्पॉन्डिंग उन्हें इको ही फ्रीक्वेंसी क्रिएट कर देनी जिहदे करके इंटरफीरेंस होनी है। पता लग गया, दोनों के कॉरस्पॉन्डिंग उन्हें IF क्रिएट कर देनी है जिहदे करके उन्हें डिजायर्ड सिग्नल के विच जा बढ़ना जिहदे करके इंटरफीरेंस क्रिएट होना। और जिहड़ा ये अनवांटेड सिग्नल है FSI इहनूं असीं इमेज फ्रीक्वेंसी बोलते हैं एंड असल च ये इमेज है कि FS का एक्चुअल सिग्नल का ये इमेज आ एंड इट शुड बी रिजेक्टेड। पता लग गया, यानी सानू एक्चुअल सिग्नल मिलना चाहिए, वह इमेज नहीं मिलना चाहिए। ठीक है, FSI जी आप कड्डी आ वो FS+2 IF है ऊपर पुट किया।
तो द इमेज ऑफ द desired signal frequency can occur at ਇਹ ਸਮ ਕੱਢਿਆ, ठीक है, तो डिफरेंस थे मतलब जो एक सम कंपोनेंट से तो आना ही आना, तो डिजायर्ड इमेज फ्रीकुएंसी जी डिजायर्ड सिग्नल की है वो इस फ्रीकुएंसी से भी मतलब सम से तो होनी होनी, इस ते भी होनी, क्योंकि जोड़ा IF एंपलीफायर आ वो हर एक फ्रीकुएंसी के कोरसपोंडिंग 4 कंपोनेंट कढ़ता, एक तो लोकल ऑसीलेटर वाला, एक जोड़ा वो इंटर किया वह, एक उन्होंने सम तो एक डिफरेंस, हम सम उन्हें उपर दिखाता, डिफरेंस के अगेंस्ट भी कढ़ूगा। सो ये रिलेशन बिटवीन द डिजायर्ड सिग्नल फ्रीकुएंसी एंड द इमेज फ्रीकुएंसी, ये जोड़ा अस 335 शो किया, इनू रिजैक्ट होना मंगता, अगर ये आ जाता तो फिर मतलब जो सिग्नल है वो डिस्टॉर्टेड वैल्यू देगा, सही आउटपुट नहीं देगा। क्लीयर? हेलो बोलो बच्चों। यस सर। हाँ हुण उन्हें क्या भी जी इमेज IF की जी इफैक्ट ऑफ द वैल्यू ऑफ द IF, जी IF एंपलीफायर की फ्रीकुएंसी है वह असर की है, कहता एज विल बी सीन लेटर ऑन द इमेज फ्रीकुएंसी रिजेक्शन, एज विल बी सीन later on the image frequency rejection becomes better with increase in the IF। कहना लेटर से बाद की है तुहानूं ये पता लगेगा भी जे असी IF फ्रीकुएंसी नूं वधाने आ तो इमेज फ्रीकुएंसी रिजेक्शन जी वो हो जाएगी, इमेज फ्रीकुएंसी रिजेक्शन बिकम्स बैटर हो जाएगी अगर असी इंटरमीडिएट फ्रीकुएंसी नूं वधाने आ। सो वाइल सिलेक्टिंग दी IF इंटरमीडिएट फ्रीकुएंसी वी शुड कीप द पॉइंट ऑफ इमेज रिजेक्शन इन अवर माइंड। ਜਦੋਂ ਹੀ ਅਸੀਂ IF फ्रीकुएंसी ਨੂੰ ਸਿਲੈਕਟ ਕਰਨਾ, ਸਾਡੇ ਮਾਈਂਡ ਦੇ ਵਿੱਚ ਇਮੇਜ ਰਿਜੈਕਸ਼ਨ ਦਾ ਪੁਆਇੰਟ ਯਾਦ ਰਹਿਣਾ ਚਾਹੀਦਾ ਵੀ ਠੀਕ ਹੈ। ਆ ਦੇਖੋ ਹੁਣ ਮੰਨ ਲਾ ਡਿਜ਼ਾਇਰਡ फ्रीकुएंसी FS ਹੈ, ਆ ਡਿਜ਼ਾਇਰਡ ਸਿਗਨਲ ਹੈ ਜਿਸ ਇਹ ਆ, ਜੇ ਆਪਾਂ ਇਹ ਤੋਂ ਰਾਈਟ ਨੂੰ ਜਾਂਦੇ ਆ ਆ ਇੰਨੀ फ्रीकुएंसी ਐਡ ਹੋ ਗਈ, ਇੰਨੀ ਆ ਇਹਦਾ ਸਮ ਕੰਪੋਨੈਂਟ ਹੋ ਗਿਆ, ਆ ਇਹਦਾ डिफरेंस हो गया। तो IF ने सम तो प्रोड्यूस करना ही करना, डिफरेंस भी प्रोड्यूस करना, पता लग गया। यानी इस फ्रीकुएंसी के ये दोनों इमेज हो गए, क्लीयर हो गया। जोड़ा 2IF ते अपार्टेड ने FS नालों, पता लग गया। लैफ्ट साइड नू डिफरेंस ते राइट साइड नू सम, क्लीयर हुई। आ एक एग्जाम्पल दी उन्हें, जिमें मान लो जी डिजायर्ड सिग्नल फ्रीकुएंसी 93 मेगाहर्ट्ज से जिदा FS है एंड दी IF कितनी है वो 10.7 ते है। FM की गल की है, क्योंकि FM जी वो 88 मैगाहर्ट्ज से लैके 108 मैगाहर्ट्ज होंगी है और वो इंटरमीडिएट जी फ्रीकुएंसी है वो 10.7 मैगाहर्ट्ज होंगी है। तो जी IF मीडियम वेव फ्रीकुएंसी होंगी है वो होंगी है 455 किलोहर्ट्ज। तो ये IF जी वो 10.7 मैगाहर्ट्ज है। उन्हें क्या किया, कैलकुलेट दी लोकल ऑसीलेटर फ्रीकुएंसी एंड इमेज फ्रीकुएंसी। देखो लोकल ऑसीलेटर के विच तां ये ऐड हो जानी, ऐड हो गई। जे असी इमेज करना तो 2IF ऐड कर दो, एक बारी 2IF ऐड कर दो, एक बारी 2IF वो विचों माइनस कर दो, यानी उन्हें सम कंपोनेंट ले लिया। एक्चुअल कैरियर डिजायर्ड सिग्नल के विच 2IF ऐड कर दी, तो आ साडी इमेज फ्रीकुएंसी हो गई। क्लीयर हुई गल, पता लग गया। इनू रिजेक्ट किदां करना, ये रिसीवर द्वारा ही रिजेक्ट होनी चाहिए है। इमेज रिजेक्शन डिपेंड्स ऑन दी फ्रंट एंड सिलेक्टिविटी ऑफ द रिसीवर। यानी असल क्या जो रिसीवर की इनपुट से जोड़ा भी सिग्नल आ रहा वो पर्टिकुलर फ्रीकुएंसी से ट्यून होना चाहिए। मान लो जिदा तुम कहते भी 102.7 मैगाहर्ट्ज 102.7 मैगाहर्ट्ज रेनबो चैनल है, या 98.30 आ एक चैनल FM का। अगर उस फ्रीकुएंसी से ट्यून करना तो रेडियो रिसीवर का जी पहला RF स्टेज है वह एको ही मकसद है, वो इट शुड सिलेक्ट दी डिजायर्ड फ्रीकुएंसी। तो उन्होंने यही कहता इमेज फ्रीकुएंसी मस्ट बी रिजेक्टेड बाय द रिसीवर। इमेज रिजेक्शन किते डिपेंड करती है, फ्रंट एंड सिलेक्टिविटी ऑफ द रिसीवर से। और सिलेक्टिविटी ऑफ द रिसीवर को कौन डिसाइड करता, RF सर्किट। RF सर्किट में कौन लगा, ट्यून्ड सर्किट। RF एंपलीफायर सर्किट के जी पहली RF स्टेज है वो ट्यून्ड सर्किट लगा, उन्हें डिजायर्ड फ्रीकुएंसी को सिलेक्ट करना तो बाकियों को रिजेक्ट करना। क्लीयर? हाँ जी सर। हाँ, सो इमेज रिजेक्शन मस्ट बी अचीव्ड बिफोर। हुण IF स्टेज का बाद आती, जो सुपर हीटेड रेडियो रिसीवर की गल करिए
ਪਹਿਲਾਂ RF ਸਟੇਜ ਆਉਂਦੀ ਆ, ਫਿਰ ਮਿਕਸਰ ਆਉਂਦਾ, ਥੱਲੇ ਲੋਕਲ ਓਸੀਲੇਟਰ ਹੈ। ਮਿਕਸਰ ਨੇ ਇਨਕਮਿੰਗ ਸਿਗਨਲ ਤੇ ਲੋਕਲ ਓਸੀਲੇਟਰ ਦੀ ਫ੍ਰੀਕੁਐਂਸੀ ਨੂੰ ਮਿਕਸ ਕਰਕੇ 4 ਕੰਪੋਨੈਂਟ ਕੱਢਨੇ ਆ। ਲੋਕਲ ਵਾਲਾ, ਓਰੀਜਨਲ ਸਿਗਨਲ, ਸਮ ਤੇ ਡਿਫਰੈਂਸ। ਆਪਾਂ ਡਿਫਰੈਂਸ ਲੈ ਲੈਂਦੇ ਜਿਹਨੂੰ ਅਸੀਂ IF ਚ ਕਨਵਰਟ ਕਰ ਲਿਆ, ਠੀਕ ਹੈ। ਤੇ IF ਸਟੇਜ ਤੇ ਪਹੁੰਚਣ ਤੋਂ ਪਹਿਲਾਂ ਜਿਹੜਾ ਐਕਚੁਅਲ ਸਿਗਨਲ ਆ ਉਹ ਟਿਊਨ ਹੋ ਜਾਣਾ ਚਾਹੀਦਾ, ਉਹ ਸਿਲੈਕਟ ਹੋ ਜਾਣਾ ਚਾਹੀਦਾ। ਇਹਦਾ ਉਹ ਕਿਹਨੇ ਸਿਲੈਕਟ ਕਰਨਾ? ਪਹਿਲੀ RF ਸਟੇਜ ਨੇ। ਜੇ ਉੱਥੇ ਹੀ ਸਿਲੈਕਟ ਹੋ ਗਿਆ, ਉੱਥੇ ਹੀ ਇਮੇਜ ਫ੍ਰੀਕੁਐਂਸੀ ਰਿਜੈਕਟ ਹੋ ਗਈ, ਫਿਰ IF ਦੇ ਵਿੱਚ ਜੇ ਚਲੇ ਗਈ ਉੱਥੋਂ ਰਿਮੂਵ ਕਰਨੀ ਮੁਸ਼ਕਲ ਆ। ਪਤਾ ਲੱਗ ਗਿਆ? ਆ ਦੇਖ, use of RF amplifier thus improve the image frequency rejection। ਕਲੀਅਰ? ਅਗਰ ਕਹਿੰਦਾ ਉਹ IF ਸਟੇਜ ਤੇ ਪਹੁੰਚ ਗਈ, ਉੱਥੋਂ ਰਿਮੂਵ ਨਹੀਂ ਹੋ ਸਕਦੀ। ਜੇ ਇਮੇਜ ਫ੍ਰੀਕੁਐਂਸੀ IF ਸਟੇਜ ਤੇ ਪਹੁੰਚ ਗਈ, ਉੱਥੋਂ ਰਿਮੂਵ ਹੋ ਨਹੀਂ ਸਕਦੀ। ਇਸ ਕਰਕੇ ਪਹਿਲਾਂ ਹੀ ਉਹਨੂੰ RF ਸਟੇਜ ਤੇ ਹੀ ਫੜ ਲਓ। ਕਲੀਅਰ? ਉਹਨੂੰ ਕਹਿੰਦਾ ਫਰੰਟ ਐਂਡ ਸਿਲੈਕਟਿਵਿਟੀ ਆਫ ਦੀ ਰਿਸੀਵਰ। ਡਬਲ ਸਪੋਟਿੰਗ ਕੀ ਹੈ? Double spotting means same station gets picked up at two different nearby points। मतलब दो nearby points ਦੇ ਦੋ ਸਟੇਸ਼ਨ ਪਕੜ ਹੋ ਜਾਂਦੇ ਆ ਔਨ ਦੀ ਰਿਸੀਵਰ ਡਾਇਲ। ਜਦੋਂ ਅਸੀਂ ਰਿਸੀਵਰ ਨੂੰ ਡਾਇਲ ਕਰਨਾ, ਦੋ ਨੀਅਰਬਾਈ ਜਿਹੜੇ ਡਿਫਰੈਂਟ ਸਟੇਸ਼ਨਸ ਆ ਉਹ ਪਿਕ ਕਰ ਲੈਂਦਾ ਰੇਡੀਓ ਤੁਹਾਡਾ ਰਿਸੀਵਰ। ਇਹ ਕਿਹਦੇ ਕਰਕੇ? ਇਟ ਇਜ਼ ਡਿਊ ਟੂ ਦੀ ਪੂਅਰ ਫਰੰਟ ਐਂਡ ਸਿਲੈਕਟਿਵਿਟੀ। ਕਿਉਂ? ਕਿਉਂਕਿ ਜਿਹੜਾ ਫਰੰਟ ਐਂਡ ਸਿਲੈਕਟਿਵਿਟੀ ਉਹ ਪੂਅਰ ਆ, ਉਹ ਪ੍ਰੋਪਰ ਇੱਕੋ ਹੀ ਸਟੇਸ਼ਨ ਨੂੰ ਉਹਨੂੰ ਰਿਸੀਵ ਕਰਨਾ ਚਾਹੀਦਾ, ਉਹ ਦੋਨੋਂ ਕਰ ਲੈਂਦਾ। ਕਿਉਂ? ਕਿਉਂਕਿ ਉਹ ਨਾ ਕਾਫੀ ਆ, ਮਤਲਬ ਕਾਫੀ ਮਾਤਰਾ ਵਿੱਚ ਇਮੇਜ ਫ੍ਰੀਕੁਐਂਸੀ ਦੇ ਰਿਜੈਕਸ਼ਨ ਨਹੀਂ ਕਰ ਪਾਉਂਦਾ, ਯਾਨੀ ਇਨਐਡਿਕੁਏਟ ਇਮੇਜ ਫ੍ਰੀਕੁਐਂਸੀ ਰਿਜੈਕਸ਼ਨ। ਠੀਕ ਹੈ? ਕਿਉਂਕਿ ਇਮੇਜ ਫ੍ਰੀਕੁਐਂਸੀ ਰਿਜੈਕਟ ਕਰਨ ਦੀ ਕੈਪੇਬਿਲਿਟੀ ਉਹਦੀ ਘੱਟ ਆ, ਇਸ ਕਰਕੇ ਪੂਅਰ ਐਂਡ ਸਿਲੈਕਟਿਵਿਟੀ ਕਰਕੇ ਦੋਨੋਂ ਸਟੇਸ਼ਨ ਨੂੰ ਉਹ ਡਿਫਰੈਂਟ ਨੀਅਰ ਬਾਈ ਡਿਫਰੈਂਟ ਪੁਆਇੰਟਸ ਤੇ ਪਕੜ ਲੈਂਦਾ। तो डबल स्पॉटिंग is harmful because a weak station may be masked by the reception। ਹੁਣ ਆ ਤਾਂ ਦੋਨੋਂ ਰਹੇ ਆ, ਇੱਕ ਸਿਗਨਲ ਦੀ ਜੇ ਇੱਕ ਸਟੇਸ਼ਨ ਦੀ ਸਿਗਨਲ ਸਟਰੈਂਥ ਜ਼ਿਆਦਾ, ਦੂਜੇ ਦੀ ਘੱਟ ਆ, ਪਰ ਰੇਡੀਓ ਰਿਸੀਵਰ ਨੇ ਤਾਂ ਪਕੜਨਾ ਕਿਹਨੂੰ ਆ? ਜਿਹਦੀ ਸਟਰੈਂਥ ਜ਼ਿਆਦਾ ਉਹਨੂੰ ਪਕੜ ਲੈਣਾ, ਤੇ ਜਿਹੜਾ ਦੂਜਾ ਆ ਉਹਨੇ ਆਪਣੀ ਤਾਕਤ ਦੇ ਥੱਲੇ ਹੀ ਉਹਨੂੰ ਮਾਸਕ ਪਾ ਦੇਣਾ। ਕਿਹਨੂੰ? ਵੀਕ ਸਿਗਨਲ ਨੂੰ। ਵੱਡੇ ਸਿਗਨਲ ਨੇ ਜਿਹੜਾ ਸਟਰੋਂਗ ਸਿਗਨਲ ਹੈ, ਆ ਤਾਂ ਦੋਨੋਂ ਰਹੇ ਰੇਡੀਓ ਰਿਸੀਵਰ ਦੇ, ਪਰ ਉਹਦੀ ਕੈਪੇਬਿਲਿਟੀ ਆ ਵੀਕ ਸਿਗਨਲ ਨੇ ਆਪਣੇ ਆਪ ਨੂੰ ਉਹਦੇ ਦੁਆਰਾ ਕੈਪਚਰ ਹੋ ਜਾਣਾ। ਕਿਹਦੇ ਦੁਆਰਾ? ਤਕੜੇ ਦੁਆਰਾ। ਜਿਹੜਾ ਸਟਰੋਂਗ ਸਿਗਨਲ ਹੈ ਉਹਨੇ ਵੀਕ ਸਿਗਨਲ ਨੂੰ ਮਾਸਕ ਕਰ ਦੇਣਾ ਕਿਸੇ। ਠੀਕ ਹੈ? ਇਹ ਪ੍ਰੋਬਲਮ ਆਉਂਦੀ ਹੈ ਡਬਲ ਸਪੋਟਿੰਗ ਦੇ ਨਾਲ। ਸੋ ਡਬਲ ਸਪੋਟਿੰਗ ਕੈਨ ਵੀ ਰਿਡਿਊਸ। ਕਿੱਦਾਂ ਰਿਡਿਊਸ ਕਰ ਸਕਦੇ ਆ? ਬਾਈ ਇਨਕਰੀਜ਼ਿੰਗ ਦੀ ਫਰੰਟ ਐਂਡ ਸਿਲੈਕਟਿਵਿਟੀ। ਫਿਰ ਕਹਿਤਾ ਉਹਨੇ ਫਰੰਟ ਐਂਡ ਸਿਲੈਕਟਿਵਿਟੀ ਜਿਹੜੇ ਰਿਸੀਵਰ ਦੀ, ਉਹ ਕੌਣ ਡਿਸਾਈਡ ਕਰਦਾ? RF ਸਟੇਜ। Including of the RF amplifier stage will help in avoiding the double spotting। Referring to the example, you will understand an interesting thing। Frequency difference between the 2 points on the dial where the same station is tuned is exactly 2 IF। Double spotting can be used to calculate the IF practically। तो ਇਹਦਾ IF ਨੂੰ ਪ੍ਰੈਕਟੀਕਲੀ ਕੈਲਕੂਲੇਟ ਕਰਨ ਵਾਸਤੇ ਅਸੀਂ ਡਬਲ ਸਪੋਟਿੰਗ ਨੂੰ ਅਦਰਵਾਈਜ਼ ਵੀ ਯੂਜ਼ ਕਰਦੇ ਹਾਂ। ਰੇਡੀਓ ਰਿਸੀਵਰ ਆਪਾਂ TRF ਤੇ ਸੁਪਰ ਹੀਟੋਡਾਈਨ ਤਾਂ ਪੜ੍ਹ ਲੈ, ਆਪਾਂ ਉਹਦੀਆਂ ਪਰਫਾਰਮੈਂਸ ਕਰੈਕਟਰਿਸਟਿਕਸ ਵੀ ਪੜ੍ਹ ਲਈਆਂ। ਹੁਣ ਆਪਾਂ ਸੁਪਰ ਹੀਟੋਡਾਈਨ ਦੇ ਹਰ ਇੱਕ ਬਲੌਕ ਦੀ ਗੱਲ ਕਰਦੇ ਹਾਂ। ਉਹਦੇ ਵਿੱਚ RF ਸੈਕਸ਼ਨ ਲੱਗਾ। ਪਹਿਲਾਂ ਦੇਖੋ, ਪਹਿਲੀ ਸਟੇਜ RF ਐਂਪਲੀਫਾਇਰ ਦੀ ਆ। ਰੇਡੀਓ ਰਿਸੀਵਰ will always have an RF section। it may or may not have RF amplifier। ਅੱਛਾ RF ਐਂਪਲੀਫਾਇਰ ਤਾਂ ਵੈਸੇ ਹੋਣਾ ਚਾਹੀਦਾ। ਉਹਨੇ may or may not ਕਿਹਾ, ਹੋ ਵੀ ਸਕਦਾ, ਕਹਿੰਦਾ ਨਹੀਂ ਵੀ ਹੋ ਸਕਦਾ, ਵੈਸੇ ਹੁੰਦਾ ਹੀ ਆ। ਪਰ ਉਹਦੇ ਨਾਲ ਟਿਊਨੇਬਲ ਸਰਕਟ ਵੀ ਹੁੰਦਾ, ਜਿਹੜਾ ਫਰੰਟ ਐਂਡ ਸਿਲੈਕਟਿਵਿਟੀ ਡਿਸਾਈਡ ਕਰਦਾ। ਜਿਹੜਾ ਇਨਕਮਿੰਗ ਸਿਗਨਲ ਆ ਰਿਹਾ ਡਿਜ਼ਾਇਰਡ ਫ੍ਰੀਕੁਐਂਸੀ ਤੇ ਉਹਨੂੰ ਟਿਊਨ ਕਰ ਦੇਣਾ। ਠੀਕ ਹੈ? ਕਹਿੰਦਾ RF section is a tunable circuit connected to the incoming antenna terminals। its job is to select the wanted frequency and reject the unwanted। तो in the domestic radio receiver ਦੇ ਵਿੱਚ ਕੀ ਹੁੰਦਾ? RF amplifier generally not used for economic reason। however RF amplifier improves the receiver performance। ਜਿਹੜੇ ਤਾਂ ਸਸਤੇ ਰੇਡੀਓ ਰਿਸੀਵਰ ਹੈ ਉਹਦੇ ਵਿੱਚ RF ਸਟੇਜ ਨਹੀਂ ਹੁੰਦੇ, ਜਿਹੜੇ ਮਹਿੰਗੇ ਆ ਉਹਦੇ ਵਿੱਚ ਜ਼ਰੂਰਤ ਹੈ ਇਹਦੀ, ਕਿਉਂਕਿ ਪਾਰਟੀਕੂਲਰ ਫ੍ਰੀਕੁਐਂਸੀ ਨੂੰ ਟਿਊਨ ਕਰਨਾ। ਤਾਂ ਰੇਡੀਓ, ਮੈਂ ਤੁਹਾਨੂੰ ਕਹਿੰਦਾ ਵੀ ਰੇਡੀਓ ਮਹਿੰਗੇ ਵੀ ਹੈਗੇ ਆ। ਇਹਦਾ ਮਤਲਬ ਜੇ ਸਸਤੇ ਆ ਤਾਂ ਉਹਦੇ ਵਿੱਚ ਕਿਸੇ ਚੀਜ਼ ਦਾ ਤਾਂ ਸਮਝੌਤਾ ਕੀਤਾ ਨਾ, ਕੋਈ ਸਟੇਜ ਨਹੀਂ ਪਾਈ। ਉਹ ਐਡਵਾਂਟੇਜ ਕੀ ਹੈ ਇਹਦੇ RF ਸਟੇਜ ਦੇ? RF ਐਂਪਲੀਫਾਇਰ ਸਟੇਜ ਦੇ ਕੀ ਐਡਵਾਂਟੇਜ ਹੈ? ਗੇਨ, ਗ੍ਰੇਟਰ ਗੇਨ, ਬੈਟਰ ਸਿਲੈਕਟਿਵਿਟੀ, ਬੈਟਰ ਇਮੇਜ ਫ੍ਰੀਕੁਐਂਸੀ ਰਿਜੈਕਸ਼ਨ, ਬੈਟਰ ਸਿਗਨਲ ਟੂ ਨੋਇਜ਼ ਰੇਸ਼ੋ, ਉਹ ਵੀ ਇੰਪਰੂਵਡ ਹੈ। ਬੈਟਰ ਐਡਜੈਸੈਂਟ ਸਿਗਨਲ ਰਿਜੈਕਸ਼ਨ, ਦੈਟ ਮੀਨਸ ਬੈਟਰ ਸਿਲੈਕਟਿਵਿਟੀ। ਜਿਹੜੇ ਨਾਲ ਡਿਜ਼ਾਇਰਡ ਤੋਂ ਇਲਾਵਾ ਜਿਹੜੇ ਨਾਲ ਲੱਗਦੇ ਸਿਗਨਲ ਅਨਵਾਂਟਡ ਹੈ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਜ਼ਿਆਦਾ, ਜਾਣੀ ਰਿਜੈਕਟ ਕਰਨ ਦੀ ਐਡਜੈਸੈਂਟ ਸਿਗਨਲ ਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਜ਼ਿਆਦਾ, ਜਾਣੀ ਸਿਲੈਕਟ ਕਰਨ ਦੀ ਸਿਲੈਕਟਿਵਿਟੀ ਕੈਪੇਬਿਲਿਟੀ ਜ਼ਿਆਦਾ ਵਧੀਆ ਹੈ।
coupling between the antenna and receiver is improved due to impedance matching. Yes, antenna ਤੇ receiver ਦੋਨਾਂ ਦੀ impedance match ਹੋਣੀ ਚਾਹੀਦੀ ਹੈ ਤਾਂ maximum signal antenna ਵੱਲੋਂ radio receiver ਨੂੰ ਆ ਸਕਦਾ. It prevents the re-radiation of the local oscillator frequency through the antenna. ਮੰਨ ਲਓ ਇਹ RF ਸਟੇਜ ਜਿਹੜੀ ਆ ਕਿਤੇ ਲੋਕਲ ਆਸੀਲੇਟਰ ਫ੍ਰੀਕੁਐਂਸੀ ਮਗਰ ਐਂਟੀਨਾ ਨੂੰ ਨਾ ਦੇ ਦੇਵੇ, ਮਿਕਸ ਲੋਕਲ ਆਸੀਲੇਟਰ ਫ੍ਰੀਕੁਐਂਸੀ ਸਰ ਮਿਕਸਰ ਨੂੰ ਦੇਣੀ ਆ, ਤਾਂ ਫਿਰ ਉਹ ਐਂਟੀਨਾ ਨੂੰ ਨਾ ਦੇਵੇ। ਇਸ ਕਰਕੇ ਐਂਪਲੀਫਾਇਰ ਸਟੇਜ ਜਿਹੜੀ ਆ ਉਹ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਐਂਟੀਨਾ ਨੂੰ ਜਾਣ ਵਾਸਤੇ ਰੋਕ ਪਾਉਂਦਾ, ਇਹ ਜ਼ਰੂਰੀ ਹੈ। ਮਿਕਸਰ ਦਾ ਕੀ ਰੋਲ ਹੈ, ਜਿਹੜੀ ਮਿਕਸਰ ਦਾ ਕੀ ਰੋਲ, ਇਹਨੂੰ ਫ੍ਰੀਕੁਐਂਸੀ ਚੇਂਜਰ ਵੀ ਕਹਿੰਦੇ ਆ, ਕਿਉਂਕਿ ਜਿਹੜੀ ਇਨਕਮਿੰਗ ਫ੍ਰੀਕੁਐਂਸੀ ਉਹ ਜਿਹੜੀ ਕੈਰੀਅਰ ਆ ਉਹਨੂੰ ਰਿਪਲੇਸ ਕਰ ਦਿੰਦੀ ਆ। ਮਿਕਸਰ ਨੇ 4 ਕੰਪੋਨੈਂਟ ਕੱਢਣੇ ਆ। ਆਪਣੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਅਸੀਂ ਜਿਹੜੀ ਇਨਪੁਟ ਦਿੰਦੇ ਆ, ਇੱਕ ਇਨਕਮਿੰਗ ਆ ਗਈ, ਇਨਕਮਿੰਗ ਵਿੱਚ ਡਿਜ਼ਾਇਰਡ ਵੀ ਆ ਸਕਦੀ, ਅਨਡਿਜ਼ਾਇਰਡ ਵੀ ਆ ਸਕਦੀ ਹੈ। ਅਨਡਿਜ਼ਾਇਰਡ ਕਰਕੇ ਇਮੇਜ ਫ੍ਰੀਕੁਐਂਸੀ ਰਿਜੈਕਟ ਸਿਗਨਲ ਪੈਦਾ ਹੋ ਜਾਂਦਾ, ਠੀਕ ਹੈ। ਤੇ ਜੇ ਡਿਜ਼ਾਇਰਡ ਆ ਰਹੀ ਆ, ਜਿਹੜਾ ਮਿਕਸਰ ਹੈ ਉਹਨੇ ਇਨਕਮਿੰਗ ਤਾਂ ਕੱਢਣੀ ਲੋਕਲ ਆਸੀਲੇਟਰ ਨਾਲ ਵੀ ਕੱਢਣੀ, ਇੱਕ ਦੋਨੋਂ ਨੂੰ ਮਿਲਾ ਕੇ ਸਮ ਕੱਢ ਦੇਣਾ, ਇੱਕ ਡਿਫਰੈਂਸ ਕੱਢ ਦੇਣਾ। 4 ਕੰਪੋਨੈਂਟ ਕੱਢਦਾ। ਆ ਦੇਖੋ ਸਿਗਨਲ ਫ੍ਰੀਕੁਐਂਸੀ ਤਾਂ ਕੱਢਣੀ ਆ, ਲੋਕਲ ਆਸੀਲੇਟਰ ਦੀ ਵੀ ਕੱਢ ਦਿੰਦਾ, ਡਿਫਰੈਂਸ ਵੀ ਕੱਢ ਦਿੰਦਾ ਤੇ ਸਮ ਵੀ ਕੱਢ ਦਿੰਦਾ। ਇਹ ਮਿਕਸਰ ਦਾ ਕੰਮ ਆ। ਤੇ ਆਪਾਂ ਕੀ ਨਾਰਮਲੀ ਆਪਾਂ ਡਿਫਰੈਂਸ ਕੰਪੋਨੈਂਟ ਲੈਂਦੇ ਆ। ਕਾਰਨ ਹੈ ਵੀ ਜਾਣੀ ਜਿਹੜੀ ਇਨਕਮਿੰਗ ਕੈਰੀਅਰ ਹੈ ਉਹ ਅਸੀਂ ਘਟਾ ਦੇਣੀ, ਉਹਨੂੰ IF 'ਚ ਕਨਵਰਟ ਕਰ ਲੈਣਾ, ਠੀਕ ਹੈ। ਫਿਰ ਅਸੀਂ ਉਹਨੂੰ ਐਂਪਲੀਫਾਈ ਕਰ ਦਿੰਦੇ ਹਾਂ। ਐਂਪਲੀਫਾਈ ਕਰਕੇ ਅਸੀਂ ਅੱਗੇ ਡਿਟੈਕਟਰ ਨੂੰ ਦੇ ਦਿੰਦੇ ਹਾਂ, ਉਹ IF ਨੂੰ ਫਿਲਟਰ ਕਰ ਦਿੰਦਾ ਤੇ ਜਿਹੜੀ ਡਿਜ਼ਾਇਰਡ ਫ੍ਰੀਕੁਐਂਸੀ ਆ ਆਡੀਓ ਦੀ ਰੇਂਜ ਉਹਨੂੰ ਐਂਪਲੀਫਾਈ ਕਰਕੇ ਅੱਗੇ ਆਡੀਓ ਐਂਪਲੀਫਾਇਰ ਨੂੰ ਦਿੰਦਾ, ਅੱਗੇ ਪਾਵਰ ਐਂਪਲੀਫਾਇਰ ਨੂੰ ਪਾਵਰ ਵਧਾ ਕੇ ਸਪੀਕਰ ਨੂੰ ਦੇ ਦਿੰਦੇ ਅਸੀਂ। ਮਿਕਸਰ ਦਾ ਆਪਰੇਸ਼ਨ ਕੀ ਆ, ਬੇਸਿਕਲੀ ਇਹ ਨॉन ਲੀਨੀਅਰ ਰੈਜ਼ਿਸਟੈਂਸ ਹੈ। ਨॉन ਲੀਨੀਅਰ ਰੈਜ਼ਿਸਟੈਂਸ ਕਿਹਦੀ ਹੋ ਸਕਦੀ ਹੈ, ਕਿਸੇ ਵੀ ਸੈਮੀ ਕੰਡਕਟਰ ਡਿਵਾਈਸ ਦੀ, ਜਿਵੇਂ ਡਾਇਓਡ ਹੈ, ਜਿਵੇਂ ਸਵਿਚਿੰਗ ਟ੍ਰਾਂਜਿਸਟਰ ਹੈ, ਜਾਂ ਕੋਈ ਵੀ ਨॉन ਲੀਨੀਅਰ ਜਿਹੜੀ ਡਿਵਾਈਸ ਹੈ, ਉਹ ਡਿਵਾਈਸ ਜਿਹਦਾ ਬਿਹੇਵੀਅਰ ਨॉन ਲੀਨੀਅਰ ਹੈ। ਮੰਨ ਲਓ ਜਦੋਂ ਅਸੀਂ ਉਹਨੂੰ ਇਨਪੁਟ ਦਿੰਦੇ ਆ ਤੇ ਉਹਦੀ ਆਊਟਪੁੱਟ ਜਿਹੜਾ ਉਹ ਨॉन ਲੀਨੀਅਰਲੀ ਬਿਹੇਵ ਕਰੇ, ਠੀਕ ਹੈ, ਜਿਹੜਾ ਓਮਸ ਲਾ ਨੂੰ ਓਬੇ ਨਾ ਕਰੇ, ਉਹਨੂੰ ਅਸੀਂ ਨॉन ਲੀਨੀਅਰ ਰੈਜ਼ਿਸਟੈਂਸ ਕਹਿੰਦੇ ਆ। ਤਾਂ ਬੇਸਿਕਲੀ ਮਿਕਸਰ ਜਿਹੜਾ ਨॉन ਲੀਨੀਅਰ ਰੈਜ਼ਿਸਟੈਂਸ ਹੈ, ਇਹਨੂੰ 2 ਇਨਪੁਟ ਦਿੱਤੀਆਂ ਜਾਂਦੀਆਂ ਡਿਫਰੈਂਟ ਫ੍ਰੀਕੁਐਂਸੀ ਦੇ, ਇੱਕ ਇਨਕਮਿੰਗ ਇੱਕ ਲੋਕਲ ਆਸੀਲੇਟਰ ਦੀ। ਵੀ ਕੈਨ ਪ੍ਰੂਵ that if a non-linear device such as a square law device ਜਿਵੇਂ diode is used as a mixer, then we can get all the required frequency components, ਠੀਕ ਹੈ। ਲੋਕਲ ਆਸੀਲੇਟਰ ਦਾ ਕੀ ਰੋਲ ਆ, ਲੋਕਲ ਆਸੀਲੇਟਰ ਨੇ ਸਰ, ਹਾਂ ਬੋਲੋ ਬੱਚੋ, ਬੋਲੋ ਸਰ ਜਦੋਂ ਤੁਸੀਂ RF ਐਂਪਲੀਫਾਇਰ ਸੀਗਾ ਸਰ, ਉਹ ਐਂਟੀਨੇ ਬਾਰੇ ਸੀਗਾ। ਦੇਖੋ ਐਂਟੀਨਾ ਦਾ ਇਨਕਮਿੰਗ ਆ, RF ਸਟੇਜ ਰੇਡੀਓ ਰਿਸੀਵਰ ਦੀ ਪਹਿਲੀ ਸਟੇਜ ਹੈ। ਐਂਟੀਨਾ ਨੇ ਜਿਹੜੀ ਪਿੱਛੋਂ ਸਿਗਨਲ ਆ ਰਿਹਾ ਟਰਾਂਸਮਿਟਰ ਤੋਂ, ਹਰ ਇੱਕ ਰੇਡੀਓ ਰਿਸੀਵਰ ਨੂੰ ਐਂਟੀਨਾ ਚਾਹੀਦਾ। ਜਿੱਦਾਂ ਤੁਹਾਡਾ ਮੋਬਾਈਲ ਇਹ ਤੇ ਵੀ ਐਂਟੀਨਾ, ਇਹ ਦੋਨੋਂ ਕੰਮ ਕਰਦਾ। ਮੋਬਾਈਲ ਵਾਲਾ ਇਹ ਟਰਾਂਸਮਿਟਿੰਗ ਵਾਲਾ ਵੀ ਕਰਦਾ ਤੇ ਰਿਸੀਵ ਵਾਲਾ ਵੀ ਕਰਦਾ। ਜਦੋਂ ਤੁਸੀਂ ਕਾਲ ਬਣਾਉਣੇ ਤੇ ਕਿਸੇ ਨੂੰ ਕਾਲ ਲਾਉਣੇ ਤੇ ਤੁਹਾਡਾ ਸਿਗਨਲ ਟਰਾਂਸਮਿਟ ਹੁੰਦਾ, ਜਦੋਂ ਤੁਸੀਂ ਕਿਸੇ ਦੀ ਕਾਲ ਸੁਣਨੇ ਤੇ ਤੁਸੀਂ ਰਿਸੀਵ ਕਰਦੇ ਆ। ਇਸ ਕਰਕੇ ਇਹ ਐਂਟੀਨਾ ਤੁਹਾਡਾ ਡਬਲ ਕੰਮ ਕਰਦਾ, ਟਰਾਂਸਮਿਟਰ ਦਾ ਵੀ ਤੇ ਰਿਸੈਪਸ਼ਨ ਦਾ ਵੀ। ਜਿਹੜਾ ਤੁਹਾਡੇ ਘਰ ਟੀਵੀ ਪਿਆ ਜਾਂ ਰੇਡੀਓ ਰਿਸੀਵਰ ਪਿਆ, ਉਹ ਕੱਲਾ ਰਿਸੈਪਸ਼ਨ ਦਾ ਕੰਮ ਕਰਦਾ। ਉਹਨੇ ਕੀ ਕਰਨਾ, ਜਿਹੜੀਆਂ 에ਅਰ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਸ ਹੈ ਉਹਨੂੰ ਕੈਪਚਰ ਕਰਨਾ, ਉਹਨੂੰ ਪਕੜਦਾ ਉਹਦੇ ਵਿੱਚ, ਠੀਕ ਹੈ ਨਾ। ਉਹਨੂੰ ਪਕੜ ਕੇ ਉਹਨੂੰ ਪਹਿਲਾਂ ਰੇਡੀਓ ਰਿਸੀਵਰ ਦੀ ਜਿਹੜੀ ਪਹਿਲੀ RF ਸਟੇਜ ਹੈ ਉੱਥੇ ਉਹਨੂੰ ਸਿਗਨਲ ਫ੍ਰੀਕੁਐਂਸੀ ਦੇਣਾ। ਜਿਹੜਾ ਐਂਟੀਨਾ ਉਹਨੇ ਤਾਂ ਸਾਰੀਆਂ ਫ੍ਰੀਕੁਐਂਸੀ ਨੂੰ ਕੈਪਚਰ ਕਰ ਲੈਣਾ, ਤੇ RF ਸਟੇਜ ਨੇ ਵਿੱਚ ਜਿਹੜਾ ਟਿਊਨਰ ਲੱਗਾ ਉਹਨੇ ਡਿਜ਼ਾਇਰਡ ਫ੍ਰੀਕੁਐਂਸੀ ਦੇ ਟਿਊਨ ਕਰਨਾ, ਬਾਕੀ ਉਹਨੇ ਰਿਜੈਕਟ ਕਰ ਦੇਣੀ ਹੈ। RF ਜਿਹੜੀ ਸਟੇਜ ਹੈ ਉਹ ਰੇਡੀਓ ਰਿਸੀਵਰ ਦੀ ਸਟੇਜ ਹੈ, ਸਮਝ ਆਈ? ਹਾਂਜੀ ਸਰ। ਹਾਂ ਠੀਕ ਹੈ। ਹੋਰ ਅੱਗੇ ਹੁਣ ਲੋਕਲ ਆਸੀਲੇਟਰ ਜਿਹੜਾ ਆ ਉਹ ਅੱਗੇ ਆ ਸੁਪਰ ਹੀਟਰੋਡਾਈਨ ਵਿੱਚ। ਇਨ ਦੀ ਰਿਸੀਵਰ ਆਪਰੇਟਿੰਗ ਅਪ ਟੂ ਦੀ ਲਿਮਿਟ ਆਫ ਸ਼ਾਰਟ ਵੇਵ ਬ੍ਰੌਡਕਾਸਟ, in the receiver operating up to the limit of short wave broadcasting 36 megahertz, the local oscillators are Armstrong and Hartley। ਕਈ ਵਾਰੀ ਕੀ ਆ ਕਿ ਅਸੀਂ ਫ੍ਰੀਕੁਐਂਸੀ ਕਿਲੋ ਹਰਟਜ਼ ਵਿੱਚ ਨਾ ਕੱਢ ਕੇ ਅਸੀਂ ਮੈਗਾ 'ਚ ਕੱਢਣੀ ਆ, ਤੇ ਮੈਗਾ ਵਾਸਤੇ ਸਾਨੂੰ ਜਿਹੜੇ ਆਸੀਲੇਟਰ ਆ ਉਹ ਵਧੀਆ ਚਾਹੀਦੇ, ਜਿਵੇਂ ਆਰਮਸਟਰੋਂਗ ਆਸੀਲੇਟਰ ਜਾਂ ਹਾਰਟਲੇ ਜਾਂ ਕਾਰਪਟ ਤੇ ਕਲੈਪ ਆਸੀਲੇਟਰ ਸਟਿਲ ਹਾਇਰ ਆਪਰੇਟਿੰਗ ਫ੍ਰੀਕੁਐਂਸੀ ਦੇ ਅਸੀਂ ਯੂਜ਼ ਕਰਦੇ ਆ। ਫ੍ਰੀਕੁਐਂਸੀ ਸਟੇਬਿਲਿਟੀ ਜਿਹੜੀ ਆਸੀਲੇਟਰ ਦੀ ਆ ਉਹ ਸ਼ੁੱਡ ਬੀ ਹਾਈ in order to ensure stability. Circuit like auto frequency control circuit must be used, AFC। ਇਹ ਆਪਾਂ ਸੈਕੰਡ ਈਅਰ PC 'ਚ ਪੜ੍ਹਿਆ ਸੀ, 3rd ਸੈਮ ਦੇ ਵਿੱਚ। ਹੁਣ ਕਹਿੰਦਾ ਜਿਹੜੀ F0 ਆ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ, ਇਹ ਇਨਕਮਿੰਗ ਸਿਗਨਲ ਫ੍ਰੀਕੁਐਂਸੀ ਨਾਲੋਂ ਹਾਈ ਕਿਉਂ ਹੋਣੀ ਚਾਹੀਦੀ ਆ। ਇਹ ਬੜਾ ਵਧੀਆ ਰੀਜ਼ਨ ਦੱਸਿਆ ਵੀ ਜਿਹੜੀ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਆ ਇਨਕਮਿੰਗ ਨਾਲੋਂ ਕਿਉਂ ਹਾਈ ਹੋਣੀ ਚਾਹੀਦੀ ਆ, ਠੀਕ ਹੈ। ਉਹਦਾ ਕਾਰਨ ਦੱਸੋ। ਫॉर द मीडियम वेव बैंड ਜਿੱਥੇ ਸਿਗਨਲ ਫ੍ਰੀਕੁਐਂਸੀ 540 ਤੋਂ ਲੈ ਕੇ 1650 ਕਿਲੋਵਾਟਸ ਹੈ, ਠੀਕ ਹੈ।
ਉੱਥੇ ਮੰਨ ਲਓ IF 455 ਕਿਲੋਹਰਟਜ਼ ਅਸੀਂ ਉੱਥੇ ਲੈ ਲਈ ਹੈ, IF ਸਟੈਂਡਰਡ ਹੀ ਹੈ, ਤੇ ਲੋਕਲ ਆਸੀਲੇਟਰ ਫ੍ਰੀਕੁਐਂਸੀ ਵਿਲ ਬੀ ਇਨ ਦੀ ਰੇਂਜ ਆਫ, ਹੁਣ ਜਿਹੜੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਆ 540 ਦੇ ਵਿੱਚ 455 ਐਡ ਕਰ ਦੇ 995, ਇੰਨੀ LO ਨੇ ਜਨਰੇਟ ਕਰਨੀ ਹੈ, LO ਨੇ ਇੰਨੀ ਜਨਰੇਟ ਕਰਨੀ। ਹੁਣ ਜਦੋਂ 900 ਹਾਂ ਪਤਾ ਲੱਗ ਗਿਆ ਨਾ, ਇੰਨੀ ਇਹਨੇ ਜਨਰੇਟ ਕਰਨੀ ਹੈ, ਪਤਾ ਲੱਗ ਗਿਆ। ਤੇ ਹਾਂ ਲੋਕਲ ਆਸੀਲੇਟਰ ਦੀ ਸਰ 995 ਕਿਲੋਹਰਟਜ਼ ਤੋਂ ਲੈ ਕੇ 2105 ਕਿਲੋਹਰਟਜ਼, 2105 ਉਹਨੇ ਕੱਢਣੀ 1650 ਦੇ ਅਗੇਂਸਟ, ਤੇ 540 ਕੱਢਣੀ ਆ, ਨਹੀਂ 540 ਦੇ ਅਗੇਂਸਟ ਉਹਨੇ 455। ਭਲੇ ਭਈ ਲੋਕਲ ਫ੍ਰੀਕੁਐਂਸੀ ਮੰਨ ਲਓ ਜੇ ਉਹਨੇ 455 ਕਿਲੋਹਰਟਜ਼ ਕੱਢਣੀ ਤੇ ਉਹ 540 ਦੇ ਅਗੇਂਸਟ ਕੱਢੂ, ਤੇ ਜੇ ਉਹਨੇ 2105 ਕੱਢੀ ਤੇ ਉਹ 1650 ਦੇ ਅਗੇਂਸਟ ਕੱਢੂ। ਇਸ ਕਰਕੇ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਦੀ ਰੇਂਜ ਜਿਹੜੀ 995 ਤੋਂ ਲੈ ਕੇ 2105 ਬਣ ਗਈ। ਇਹਦੇ ਵਿੱਚ ਮੈਕਸਿਮਮ ਇਹ ਆ, ਮਿਨੀਮਮ ਇਹ ਆ। ਜਦੋਂ ਆਪਾਂ ਦੋਨਾਂ ਦੀ ਰੇਸ਼ੀਓ ਲੈਣੇ ਇਹ 2.2 ਬਣਦੀ, ਪਤਾ ਲੱਗ ਗਿਆ। ਇਦਾਂ ਹੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਜੇ ਕਹਿੰਦਾ ਇਫ ਇਟ ਇਜ਼ ਡਿਜ਼ਾਈਨ ਟੂ ਦੀ ਲੋਅਰ ਦੈਨ ਦੀ ਸਿਗਨਲ ਫ੍ਰੀਕੁਐਂਸੀ, ਹੁਣ ਮੰਨ ਲਓ ਜੇ ਮੈਂ ਲੋਕਲ ਆਸੀਲੇਟਰ ਫ੍ਰੀਕੁਐਂਸੀ ਨੂੰ ਆਪਾਂ ਡਿਜ਼ਾਈਨ ਕਰਦੇ ਆ, ਵੀ ਮੈਂ ਕਹਿੰਦਾ ਮੰਨ ਲਓ ਇਹ ਜੇ ਆਪਾਂ ਇਨਕਮਿੰਗ ਨਾਲੋਂ ਘੱਟ ਬਣਾਈਏ, ਇਨਕਮਿੰਗ ਨਾਲੋਂ ਘੱਟ ਬਣਾਈਏ, ਤੇ ਫਿਰ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਉਹ ਕਿੱਦਾਂ ਰਹੂਗੀ 85 ਕਿਲੋਹਰਟਜ਼ ਤੋਂ ਲੈ ਕੇ 1195। ਹੁਣ ਇਹਦੇ ਵਿੱਚ ਘੱਟ ਇਹ ਆ ਤੇ ਮੈਕਸਿਮਮ ਆ, ਤੇ ਮੈਕਸਿਮਮ ਬਟੇ ਮਿਨੀਮਮ ਦੀ ਰੇਸ਼ੋ ਆ ਗਈ 14, ਇੱਥੇ 14 ਵੱਡੀ ਆ ਤੇ 2.2 ਛੋਟੀ ਆ। ਜਦ ਕਿ ਜਿਹੜੇ ਟਿਊਨੇਬਲ ਕਪੈਸਿਟਰ ਆ ਲੱਗੇ ਰਿਸੀਵਰ ਦੇ ਵਿੱਚ, ਉਹਨਾਂ ਦੀ ਮੈਕਸਿਮਮ ਰੇਸ਼ੋ ਜਿਹੜੀ ਉਹ 10 ਹੁੰਦੀ ਆ, ਠੀਕ ਹੈ। ਤੋ ਇਹ ਜਿਹੜੀ ਕਪੈਸਿਟੈਂਸ ਰੇਸ਼ੋ ਇਹ ਫ੍ਰੀਕੁਐਂਸੀ ਰੇਸ਼ੋ 3.2 ਦਿੰਦੀ ਆ, 3.2 2.2 ਦੇ ਤਾਂ ਲੱਗ ਗਿਆ, ਪਰ 14 ਤੋਂ ਬਹੁਤ ਘੱਟ ਆ। ਇੰਨੀ ਜਿਹੜੀ ਰੇਸ਼ੋ ਆ ਕਿਸੇ ਵੀ ਰੇਡੀਓ ਰਿਸੀਵਰ ਵਾਸਤੇ ਅਚੀਵ ਕਰਨੀ ਮੁਸ਼ਕਲ ਆ ਦੇਖੋ frequency ratio of 14 just cannot be obtained using practically available tunable capacitance। ਇਸ ਕਰਕੇ ਫਿਰ ਕੀ ਕਰਦੇ ਆ, that is why the local oscillator frequency should be higher than the signal frequency। ਇਸੇ ਕਰਕੇ ਜੇ ਅਸੀਂ ਘੱਟ ਰੱਖੀਏ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਤੇ ਜਿਹੜੀ ਫ੍ਰੀਕੁਐਂਸੀ ਰੇਸ਼ੋ ਘਟ ਜਾਣੀ ਆ, ਇੰਨੀ ਆ ਰੇਸ਼ੋ ਵੱਧ ਗਈ, ਇੰਨੀ ਰੇਸ਼ੋ ਕਪੈਸਿਟਰ ਦੇ ਨਾਲ ਅਚੀਵ ਨਹੀਂ ਹੁੰਦੀ, ਤੇ ਇਸ ਕਰਕੇ ਅਸੀਂ ਉਹੀ 2.2 ਲੈਣੇ, ਤਾਂ ਅਸੀਂ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਇਨਕਮਿੰਗ ਨਾਲੋਂ ਜ਼ਿਆਦਾ ਰੱਖਦੇ ਆ। ਸੋ देयर इज वन मोर रीजन फॉर इट, एफ नॉट ग्रेटर दैन FS। जे F नॉट होर क्यों रखते हैं वध दैन FS, दी ट्रैकिंग एरर्स आर रिड्यूस टू ए ग्रेटर एक्सटेंट। मान लो असी सिग्नल नू ट्रैक करना, ਤੇ ਜੇ ਅਸੀਂ ਇਨਕਮਿੰਗ ਫ੍ਰੀਕੁਐਂਸੀ ਤੋਂ ਲੋਕਲ ਆਸੀਲੇਟਰ ਫ੍ਰੀਕੁਐਂਸੀ ਵੱਧ ਰੱਖਾਂਗੇ ਤਾਂ ਅਸੀਂ ਈਜ਼ੀਲੀ ਟਰੈਕਿੰਗ ਕਰ ਸਕਦੇ ਹਾਂ, ਯਾਨੀ ਟਰੈਕਿੰਗ ਦੀ ਐਕਸਟੈਂਟ ਜਿਹੜੀ ਆ ਉਹ ਟਰੈਕਿੰਗ ਐਰਰ ਜਿਹੜੀ ਘਟਦੀ ਹੈ। ਪਤਾ ਲੱਗ ਗਿਆ? ਹਾਂਜੀ ਸਰ ਹਾਂ ਸਰ ਜਿੱਦਾਂ ਇਹਦੀ ਫ੍ਰੀਕੁਐਂਸੀ ਜ਼ਿਆਦਾ ਘਟ ਗਈ ਤੇ ਸਿਗਨਲ 'ਚ ਕੀ ਉਹ ਆਏਗਾ, ਨੋਇਸ ਆਏਗੀ, ਡਿਸਟਰਬੈਂਸ ਆਏਗੀ? ਓਬਵੀਅਸਲੀ ਤੁਹਾਨੂੰ ਦੱਸਿਆ ਰਿਹਾ ਹੈ, ਜੇ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਇਨਕਮਿੰਗ ਨਾਲੋਂ ਘੱਟ ਰੱਖਦੇ ਆ, ਰੇਸ਼ੋ ਵੱਧ ਜਾਂਦੀ ਆ, ਉਹ ਰੇਸ਼ੋ ਇੰਨੀ ਅਚੀਵ ਨਹੀਂ ਕਰਦਾ ਕਪੈਸਿਟਰ, ਇਸੇ ਕਰਕੇ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਅਸੀਂ ਵੱਧ ਰੱਖਦੇ ਹਾਂ ਦੈਨ ਇਨਕਮਿੰਗ, ਉਹਦੇ ਨਾਲ ਰੇਸ਼ੋ 2.2 ਆਉਂਦੀ ਹੈ ਜਿਹੜੀ ਈਜ਼ੀਲੀ ਅਚੀਵ ਹੋ ਸਕਦੀ ਆ ਕਪੈਸਿਟਰ ਦੁਆਰਾ। ਪਤਾ ਲੱਗ ਗਿਆ? ਇਸ ਕਰਕੇ ਟਰੈਕਿੰਗ ਐਰਰ ਜਿਹੜੀ ਘਟ ਜਾਂਦੀ ਆ। ਟਰੈਕਿੰਗ ਐਰਰ ਹੈ ਕੀ ਆ? ਟਰੈਕਿੰਗ ਹੁੰਦੀ ਕਿ ਪਹਿਲਾਂ receiver has a number of tunable circuits such as antenna or mixer, और ਇਹ ਲੋਕ ਹਰ ਇੱਕ ਦੇ ਵਿੱਚ ਟਿਊਨਿੰਗ ਸਰਕਟ ਲੱਗਾ ਹੁੰਦਾ, ਐਂਟੀਨਾ 'ਚ ਵੀ, ਮਿਕਸਚਰ 'ਚ ਵੀ, ਤੇ ਲੋਕਲ ਆਸੀਲੇਟਰ ਵਿੱਚ tuned circuit ਲੱਗੇ। all these tuned circuits must be tuned correctly if any station is to be tuned। ਕਿਸੇ ਇੱਕ ਸਟੇਸ਼ਨ ਨੂੰ ਵੀ ਅਗਰ ਟਿਊਨ ਕਰਨਾ ਤੇ ਸਾਰਿਆਂ ਨੂੰ ਕਰੈਕਟਲੀ ਸਾਨੂੰ ਟਿਊਨ ਕਰਨਾ ਪੈਣਾ। for this reason capacitors in the various tuned circuits are ganged mechanical। ਅਸੀਂ ਸਾਰਿਆਂ ਨੂੰ ਇਕੱਠੇ ਕਨੈਕਟ ਕਰ ਦਿੰਦੇ ਹਾਂ, ਸਾਰੇ ਜਿੰਨੇ ਜਿਹੜੀਆਂ ਸਟੇਜਾਂ ਆ ਸਾਰੇ ਟਿਊਨ ਸਰਕਟ ਅਸੀਂ ਗੈਂਗ ਟਿਊਨਿੰਗ ਕਰਦੇ ਹਾਂ ਤਾਂ ਕਿ ਇੱਕੋ ਫ੍ਰੀਕੁਐਂਸੀ ਦੇ ਟਿਊਨ ਹੋ ਸਕਣ। So due to this arrangement it is possible to use only one tuning control to vary the tuning capacitance simultaneously। ਇਸੇ ਕਰਕੇ ਜਦੋਂ ਸਾਰਿਆਂ ਦੀ ਇਕੱਠੀ ਟਿਊਨਿੰਗ ਕਰਨੀ ਹੈ ਤਾਂ ਫਿਰ ਕੰਟਰੋਲ ਇੱਕੋ ਹੀ ਕਾਫੀ ਆ, ਕਿਉਂਕਿ ਸਾਰਿਆਂ ਨੇ ਸਾਈਮਲਟੇਨੀਅਸਲੀ, ਸਾਰੇ ਕਪੈਸਿਟਰ ਨੇ ਸਾਈਮਲਟੇਨੀਅਸਲੀ ਕੰਟਰੋਲ ਹੋ ਜਾਣਾ। ਲੋਕਲ ਆਸੀਲੇਟਰ ਫ੍ਰੀਕੁਐਂਸੀ F naught must be precisely adjusted to value which is above the signal frequency। ਤੇ ਉਹਦੇ ਹਿਸਾਬ ਨਾਲ ਅਸੀਂ FS ਜਿਹੜੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਆ ਡਿਜ਼ਾਇਰਡ ਸਿਗਨਲ ਤੋਂ ਅਸੀਂ ਉਹਨੂੰ ਪ੍ਰਸਾਈਜ਼ਲੀ ਐਡਜਸਟ ਕਰਦੇ ਆ। ਲੋਕਲ ਆਸੀਲੇਟਰ ਫ੍ਰੀਕੁਐਂਸੀ ਦੇ ਵਿੱਚ ਵੀ ਟਿਊਨਰ ਲੱਗਾ, ਉਹਨੂੰ ਉਸ ਹਿਸਾਬ ਨਾਲ ਐਡਜਸਟ ਕਰਨਾ ਤਾਂ ਕਿ ਜਦੋਂ ਇਨਕਮਿੰਗ ਵਿੱਚ ਅਸੀਂ IF ਐਡ ਕਰ ਦਿੱਤੀ ਤੇ ਲੋਕਲ ਆਸੀਲੇਟਰ ਉਨੀ ਨਿਕਲੇ, ਜਾਂ ਜਿੰਨੀ IF ਸਾਨੂੰ ਚਾਹੀਦੀ ਆ IF ਇਨਕਮਿੰਗ ਵਿੱਚ ਐਡ ਕਰਕੇ ਉਨੀ ਲੋਕਲ ਆਸੀਲੇਟਰ ਫ੍ਰੀਕੁਐਂਸੀ ਜਨਰੇਟ ਕਰ ਲਓ।
जे 455 ਕੱਢਣੀ ਆ ਤੇ ਪਿੱਛੋਂ 540 ਆ ਰਹੀ ਆ ਤੇ ਫਿਰ ਮੈਂ ਕਿੰਨੀ ਪ੍ਰੋਡਿਊਸ ਕਰੂੰਗਾ। ਲੋਕਲ ਆਸੀਲੇਟਰ ਜਿਹੜੀ 455 540 ਵਿੱਚ ਐਡ ਕਰ ਦੇ 995 ਉਨੀ 900 ਉਹਨੂੰ ਉਹਨੇ ਤੇ ਆਪਾਂ ਉਹਨੂੰ ਟਿਊਨ ਕਰ ਦੇਣਾ। ਸਮਝ ਆ ਗਈ? हाँ जी सर। हाँ, इफ दिस ट्यूनिंग इज नॉट डन प्रिसाइजली, जे ट्यूनिंग नहीं हुई प्रॉपर, फिर आ फ्रीक्वेंसी ਜਿਹੜਾ डिफरेंस है करैक्ट नहीं होगा। और इस टाइप की जी एरर ਨੂੰ ਅਸੀਂ ट्रैकिंग एरर बोलते हैं, बिकॉज ट्रैकिंग इज ए प्रोसैस इन विच लोकल ऑसीलेटर फ्रीक्वेंसी फॉलोज और ट्रैक्स दी सिग्नल फ्रीक्वेंसी टू हैव ए करैक्ट फ्रीक्वेंसी डिफरेंस। ਅਸਲ ਕੀ ਆ ਕਿ ਜਿਹੜਾ ਲੋਕਲ ਆਸੀਲੇਟਰ ਹੈ ਉਹ ਇਨਕਮਿੰਗ ਫ੍ਰੀਕੁਐਂਸੀ ਨੂੰ ਟਰੈਕ ਕਰਦਾ ਤਾਂ ਕਿ ਮੈਂ ਕਰੈਕਟ ਡਿਫਰੈਂਸ ਕੱਢ ਸਕਾਂ। ਅਗਰ ਉਹਦੀ ਟਰੈਕਿੰਗ ਪ੍ਰੋਪਰ ਨਹੀਂ ਆ ਤੇ ਉਹ ਡਿਫਰੈਂਸ ਸਹੀ ਨਹੀਂ ਹੋਣਾ। ਪਤਾ ਲੱਗ ਗਿਆ? हाँ जी सर। ठीक नहीं? तो कहता ड्यू टू दी ट्रैकिंग एरर्स स्टेशन विल अपीयर अवे फ्रॉम देयर करैक्ट। ਤੇ ਜੇ ਐਰਰ ਆ ਗਈ ਜਿਹੜਾ ਐਕਚੁਅਲੀ ਸਟੇਸ਼ਨ ਆ ਉਹ ਆਪਣੀ ਕਰੈਕਟ ਪੋਜੀਸ਼ਨ ਤੋਂ ਪਰੇ ਹੋ ਜੂ, ਅਵੇ ਹੋ ਜੂ ਔਨ ਦੀ ਫ੍ਰੀਕੁਐਂਸੀ ਡਾਇਲ ਆਫ ਦੀ ਰਿਸੀਵਰ। ਜਦੋਂ ਤੁਸੀਂ ਉਹਦੀ ਡਾਇਲਿੰਗ ਕਰਦੇ ਆ ਤੇ ਅਸੀਂ ਕਿਉਂਕਿ ਟਰੈਕਿੰਗ ਐਰਰ ਪ੍ਰੋਪਰ ਨਹੀਂ ਹੁੰਦੀ, ਆ ਡਿਫਰੈਂਸ ਪ੍ਰੋਪਰ ਕਰੈਕਟ ਨਹੀਂ ਆਉਂਦਾ, ਇਸ ਕਰਕੇ ਤੁਹਾਡਾ ਰੇਡੀਓ ਸਟੇਸ਼ਨ ਐਕਚੁਅਲ ਸਿਗਨਲ ਨੂੰ ਪਕੜ ਨਹੀਂ ਪਾਉਂਦਾ ਤੇ ਨੋਇਜ਼ ਆਉਂਦੀ ਹੈ। ਪ੍ਰੈਕਟੀਕਲੀ ਇਟਸ ਨਾਟ ਪੋਸੀਬਲ ਟੂ ਆਲਵੇਜ਼ ਕੀਪ ਅ ਕਾਂਸਟੈਂਟ ਡਿਫਰੈਂਸ। तो प्रैक्टिकली कई बार नहीं पॉसिबल होता भी कांस्टेंट डिफरेंस कढ़ा जाए, हैंस कुछ ना कुछ एरर हमेशा प्रेजेंट रहिंदी रहिंदी ट्रैकिंग एरर। ते ट्रैकिंग एरर कैन बी 2 पॉइंट ट्रैकिंग और 3 पॉइंट ट्रैकिंग। किदां? जिवें पहला देखो 2 पॉइंट ट्रैकिंग की है। 2 पॉइंट ट्रैकिंग दे विच पैडल ट्रैकिंग ते ट्रिम ट्रैकिंग ते 3 पॉइंट ट्रैकिंग अलग है। जिहड़ी पैडल ट्रैकिंग है वो की हुंदी है? ये स्मॉल वेरिएबल कैपेसिटर सीपी called the pedal capacitor is connected in series with the oscillator coil। क्या बात है, आ देख लो, आ देख लो, ठीक है। अच्छा सीपी इतने तो उन्हें वैसे पैरेलल च लगाया, यस आ कैपेसिटर पैरेलल च लगाया। जे ऑसिलेटर कॉइल दे सीरीज च लगा दो, मिलता है क्वालिटी फैक्टर ਉਹਦਾ इंप्रूव हो जाएगा। ओके, की आंदा? Small variable capacitor CP is called pedal capacitor connected in series with the oscillator 3.42। okay, ठीक है। due to the series connection CP and C oscillator the effective capacitance will be less than the। ਅਸਲ 'ਚ ਕੀ ਹੈ, ਜਿਹੜਾ ਕਪੈਸਿਟਰ ਹੈ ਜਦੋਂ ਇਹਨੂੰ ਅਸੀਂ ਪੈਰਲਲ 'ਚ ਜੋੜਦੇ ਹਾਂ ਉਹ ਲਾਤਾ ਉੱਪਰ, ਠੀਕ ਹੈ। ਇਹਦੇ ਵਿੱਚ ਲੈ ਲੋਕਲ ਆਸੀਲੇਟਰ ਨਾਲ ਆ ਦੇਖੋ CP ਤੇ ਆ ਆਸੀਲੇਟਰ ਦੀ ਕਪੈਸਿਟਰ। ਅਸੀਂ ਕੀ ਕਰਦੇ ਹਾਂ, ਆ ਲੋਕਲ ਆਸੀਲੇਟਰ ਹੈ ਤੇ ਆ ਐਂਟੀਨਾ ਆ। ਐਂਟੀਨਾ ਦੇ ਵਿੱਚ ਵੀ ਦੇਖੋ ਆ ਟਰੈਕਿੰਗ ਸਰਕਟ ਹੈ, ਐਂਟੀਨਾ ਦਾ ਟਿਊਨਡ ਸਰਕਟ ਇਹ ਆ ਤੇ ਲੋਕਲ ਆਸੀਲੇਟਰ ਦਾ ਸਰਕਟ ਇਹ ਆ। ਹੁਣ ਲੋਕਲ ਆਸੀਲੇਟਰ ਜਿਹੜਾ ਆ ਕਪੈਸਿਟਰ ਆ ਤੇ ਐਂਟੀਨਾ ਦਾ ਜਿਹੜਾ ਆ ਕਪੈਸਿਟਰ ਹੈ ਇਹਦੀ ਅਸੀਂ ਟਿਊਨਿੰਗ ਕਰਦੇ ਹਾਂ। ਸਮਝ ਆ ਗਈ? ਨਹੀਂ ਪੱਲੇ ਪਈ? हाँ जी सर। ਹਾਂ, ਇਹ ਜਿਹੜਾ ਸਰਕਟ ਪਹਿਲਾ ਇਹ ਐਂਟੀਨਾ ਦਾ ਜਿਹਦੇ ਵਿੱਚ ਰੈਜ਼ੋਨੈਂਟ ਸਰਕਟ ਟਿਊਨ ਸਰਕਟ ਹੈ, ਇਹ ਸਾਡਾ ਲੋਕਲ ਆਸੀਲੇਟਰ ਦਾ ਸਰਕਟ ਹੈ। ਪਰ ਅਸੀਂ ਕੀ ਕਰਦੇ ਹਾਂ, ਉਹਦੀ ਲੋਕਲ ਆਸੀਲੇਟਰ ਦੀ ਕੋਇਲ ਦੇ ਨਾਲ ਥੋੜੀ ਜਿਹੀ ਕਪੈਸਿਟੈਂਸ ਓਵਰ ਐਡ ਕਰ ਦਿੰਦੇ ਹਾਂ। ਜਿੱਦਾਂ ਕਹਿੰਦਾ ਆ ਸੀਰੀਜ਼ ਕਨੈਕਸ਼ਨ ਆ ਸੀਪੀ ਤੇ ਸੀ ਆਸੀਲੇਟਰ ਦਾ, ਜਦੋਂ ਕਪੈਸਿਟਰ 'ਚ ਸੀਰੀਜ਼ ਜੁੜੇ ਆ ਇਹਨਾਂ ਦੀ ਕਪੈਸਿਟੈਂਸ ਉਲਟੀ ਐਡ ਹੁੰਦੀ ਆ 1/। ਜਿੱਦਾਂ ਰਜਿਸਟਰ ਸੀਰੀਜ਼ ਜੋੜ ਕੇ ਤੇ ਸਿੱਧੇ ਐਡ ਹੁੰਦੇ ਆ, ਜੇ ਪੈਰਲਲ 'ਚ ਜੁੜੀਏ ਤੇ 1/। ਹੁੰਦਾ। ਜੇ ਪੈਰਲਲ 'ਚ ਰਜਿਸਟੈਂਸ ਨੂੰ ਜੋੜਾਂਗੇ ਤੇ ਉਹਦੀ ਰਜਿਸਟੈਂਸ ਘਟਦੀ ਆ ਤੇ ਜੇ ਸੀਰੀਜ਼ ਜੋੜਾਂਗੇ ਤਾਂ ਰਜਿਸਟੈਂਸ ਵੱਧਦੀ ਆ। ਇਦਾਂ ਹੀ ਕਪੈਸਿਟਰ ਨੂੰ ਜੇ ਸੀਰੀਜ਼ ਜੋੜਾਂਗੇ ਤੇ ਉਹਦੀ ਕਪੈਸਿਟੈਂਸ ਓਵਰਆਲ ਘਟਣੀ ਆ। ਸਮਝ ਆ ਗਈ? और जे कैपेसिटेंस घटी आ देखो ड्यू टू दी सीरीज कनैक्शन दी कैपेसिटेंस विल बी लैस दैन दी ऑसिलेटर फ्रीक्वेंसी। पता लग गया ना? सीरीज कनैक्शन आ देखो इन्हां दोनों दा सीरीज कनैक्शन होने करके जिहड़ी ओवरऑल कैपेसिटेंस वो घट जाएगी और जो कैपेसिटेंस घटी इन्ना फ्रीक्वेंसी बढ़ जानी। दिस विल इंक्रीज द ऑसिलेटर फ्रीक्वेंसी मेकिंग द एरर पॉजिटिव, ट्रैकिंग एरर पॉजिटिव। पता लग गया? द पैडल कैपेसिटर इज एडजस्टेड टू हैव जीरो ट्रैकिंग एरर ऑन टू एक्सट्रीम पॉइंट्स ऑफ द फ्रीक्वेंसी डायल। पता लग गया? ਤੇ ਜਿਹੜਾ ਪੈਡਲ ਟਰੈਕਿੰਗ ਐਰਰ ਹੈ ਕੀ ਆ ਕਿ ਕਪੈਸਿਟਰ ਦੋਨੋਂ ਸੀਰੀਜ਼ 'ਚ ਲੱਗਣ ਕਰਕੇ ਓਵਰਆਲ ਕਪੈਸਿਟੈਂਸ ਘਟਣ ਦੇ ਨਾਲ ਫ੍ਰੀਕੁਐਂਸੀ ਵੱਧ ਜਾਂਦੀ ਆ, ਜਿਹਦੇ ਨਾਲ ਟਰੈਕਿੰਗ ਐਰਰ ਪੋਜ਼ਿਟਿਵ ਹੋ ਜਾਂਦੀ ਆ। ਤੇ ਪੈਡਲ ਕਪੈਸਿਟਰ ਨੂੰ ਫਿਰ ਅਸੀਂ ਐਡਜਸਟ ਕਰਦੇ ਹਾਂ ਜ਼ੀਰੋ ਟਰੈਕਿੰਗ ਐਰਰ ਤੇ ਦੋਨੋਂ ਐਂਡ ਪੁਆਇੰਟ ਦੇ ਫ੍ਰੀਕੁਐਂਸੀ ਡਾਇਲ ਦੇ ਦੋਨੋਂ ਐਂਡ ਪੁਆਇੰਟ ਤੇ। ਪਤਾ ਲੱਗ ਗਿਆ? ਐਟ ਟੂ ਐਕਸਟ੍ਰੀਮ ਪੁਆਇੰਟਸ ਔਨ ਦੀ ਫ੍ਰੀਕੁਐਂਸੀ ਡਾਇਲ। ਪਤਾ ਲੱਗ ਗਿਆ? ਆ ਦੇਖੋ ਟਰੈਕਿੰਗ ਐਰਰ ਇਜ਼ ਪੋਜ਼ਿਟਿਵ, ਅਸੀਂ ਫਿਰ ਉਹਨੂੰ ਜ਼ੀਰੋ ਡਾਇਲ ਵਾਸਤੇ एक हैगी ट्रिमिंग। वो मिनट एक तो घट रह गया, कल कराऊंगा इनू। हेलो स्टॉप करना, स्क्रीनशॉट ले लो।